एक पशु वाला हो जाता। मैं खिमा करियो, खिमा मंग के बेनती करदे आ। ਆਪਾਂ ਜ਼ਿਮੀਂਦਾਰ ਪਰਿਵਾਰਾਂ ਦੇ ਵਿੱਚੋਂ ਆ। ਸਾਧ ਸੰਗਤ ਆ ਜਿਹੜਾ ਵਰਸ਼ੀਣ ਹੁੰਦਾ ਨਾ, ਚਟਾਲਾ ਹੁੰਦਾ ਆ, ਜੇ ਕਿਤੇ ਪਸ਼ੂ ਛੁੱਟ ਜਾਵੇ ਤੇ ਸਾਧ ਸੰਗਤ ਉਹ ਜੀਭ ਉਹਦੀ ਐਨੀ ਕੁ ਲਾਲਚੀ ਹੋ ਜਾਂਦੀ ਹੈ ਨਾ, ਇੰਨਾ ਕੁ ਉਹ ਫਿਰ ਪਸ਼ੂ ਖਾ ਲੈਂਦਾ ਹੈ। ਇੱਕ ਤਾਂ ਹੈ ਵੀ ਰੱਜ ਕੇ ਹਟ ਜਾਣਾ, ਫਿਰ ਤਾਂ ਐਡਾ ਕੁ ਲਾਲਚੀ ਹੋ ਜਾਂਦਾ, ਸਾਰੀ ਦਿਹਾੜੀ ਚਟਾਲਾ ਖਾ ਕੇ ਫਿਰ ਰਾਤ ਨੂੰ ਨੀਂਦ ਥੋੜੇ ਆਣੀ ਹੈ। ਫਿਰ ਦੇਖਿਓ ਕਈ ਕਹਿੰਦੇ ਹੁਣ ਪਸ਼ੂਆਂ ਨੂੰ ਫਾਰਾ ਪੈ ਗਿਆ ਬਈ। ਫਿਰ ਰਾਤ ਨੂੰ ਜਦੋਂ ਪਸ਼ੂ ਸੌਂਦਾ ਨਾ, ਫਿਰ ਫੂਕਾਂ ਤੇ ਫੂਕਾਂ ਮਾਰਦਾ ਹੈ। ਫਿਰ ਜ਼ਿਮੀਂਦਾਰ ਕੋਲ ਡੰਗ ਚੱਕ ਕੇ ਖੜਾ ਹੁੰਦਾ, ਬਈ ਹੁਣ ਫੂਕਾਂ ਮਾਰਨ ਦਾ ਕੀ ਫਾਇਦਾ, ਪਹਿਲਾਂ ਭਲਿਆ ਧਿਆਨ ਰੱਖ ਲੈਂਦਾ, ਤੂੰ ਖਾਣ ਲੱਗੇ ਧਿਆਨ ਰੱਖਦਾ ਨਾ। ਤੇ ਖਿਮਾ ਕਰਿਓ ਸਾਧ ਸੰਗਤ, ਸਾਡੇ ਸਰੀਰ ਦੀ ਲੋੜ ਹੈ ਭੋਜਨ, ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਜੀਭ ਐਨੀ ਕੁ ਤਕੜੀ ਹੈ ਨਾ, ਜੇ ਸਰੀਰ ਕਿਤੇ ਸਾਡਾ ਪੇਟ ਭਰਿਆ ਵੀ ਹੋਵੇ ਨਾ, ਤਾਂ ਵੀ ਚੰਦਰੀ ਕਹਿ ਦਿੰਦੀ ਚੱਲ ਫਿਰ ਉਹਦਾ ਵੀ ਸਵਾਦ ਦੇਖ ਲੈਂਦੇ, ਤਾਂ ਕੀ ਹੋਇਆ। ਹੇ ਜਿਹਬੇ ਹੇ ਰਸਗੇ ਮਧੁਰ ਪ੍ਰੇਤੋ ਅੰਗ। ਮਹਾਰਾਜ ਕਹਿੰਦੇ ਜੇ ਇਹ ਜੀਭ ਦੇ ਨਾਲ ਨਾ ਚੁਗਲੀ ਨਿੰਦਿਆ ਕਰਨੀ ਹੋਵੇ, ਫਿਰ ਤਾਂ ਬੜੀ ਮਿੱਠੀ ਲੱਗਦੀ ਹੈ। ਸਤ ਹਤੰਗ, ਜਦੋਂ ਕਿਤੇ ਨਾਮ ਜਪਣਾ ਹੋਵੇ, ਫਿਰ ਕਹਿੰਦੇ ਇਸ ਜੀਭ ਦੀ ਮੌਤ ਹੋ ਜਾਂਦੀ, ਫਿਰ ਜੀਭ ਸਾਡੀ ਜ਼ੁਬਾਨ ਤੋਂ ਬਾਹਰ ਨਹੀਂ ਆਉਂਦੀ। ਤੁਸੀਂ ਦੇਖੋ ਸਾਧ ਸੰਗਤ, ਅੱਜ ਅਰਦਾਸ ਦੇ ਵਿੱਚ ਵਾਹਿਗੁਰੂ ਕਹਿਣਾ ਬੜਾ ਔਖਾ। ਭਾਈ ਮਹਾਰਾਜ ਦੇ ਅੱਗੇ ਖੜੇ ਹੋ ਕੇ ਬੇਨਤੀ ਕਰਦਾ, ਸੰਗਤ ਜੀ ਬੋਲੋ ਵਾਹਿਗੁਰੂ, ਤੇ ਖਿਮਾ ਕਰਿਓ ਉੱਥੇ ਸਾਡੀ ਜੀਭ ਸਾਧ ਸੰਗਤ ਤੋਂ ਬੋਲਣ ਨੂੰ ਤਿਆਰ ਨਹੀਂ ਹੈ। ਇਸ ਕਰਕੇ ਕਬੀਰ ਸਾਹਿਬ ਆਖਣ ਲੱਗੇ, ਬਾਬਾ ਅਬ ਨਾ ਬਸੋ ਇਹ ਗਾਉਂ, ਸਾਡਾ ਤਾਂ ਹਾਲ ਇਹੋ ਜਿਹਾ ਹੋ ਗਿਆ, ਹੁਣ ਇਹ ਨਗਰ ਦਾ, ਇਹ ਸਰੀਰ ਦਾ ਬਚਣਾ ਬੜਾ ਔਖਾ ਹੋ ਗਿਆ, ਤੇ ਕੀ ਕਰੀਏ, ਕਿਵੇਂ ਬਚਿਆ ਜਾਵੇ। ਸਤਿਗੁਰੂ ਪਾਤਸ਼ਾਹ ਆਖਣ ਲੱਗੇ, ਕਹਿੰਦੇ ਤਰੀਕਾ ਤਾਂ ਹੈ, ਪਰ ਯਾਦ ਰੱਖੀ ਤੈਨੂੰ ਮਿਹਨਤ ਕਰਨੀ ਪਵੇਗੀ, ਹਿੰਮਤ ਕਰਨੀ ਪਵੇਗੀ। ਤੇ ਹਿੰਮਤ ਤਾਂ ਸਾਡੇ ਵਿੱਚ ਅੱਜ ਇੰਨੀ ਕੁ ਹੈ, ਗੁਰਬਾਣੀ ਕਹਿੰਦੀ ਹੈ, ਕਹਿੰਦੇ ਬੁਰੇ ਕਾਮ ਕੋ ਊਠ ਖਲੋਇਆ। ਅੱਛਾ, ਜੇ ਅੰਮ੍ਰਿਤ ਵੇਲੇ ਸਾਨੂੰ ਕੋ ਕਹਦਾ ਭਾਈ ਕਿ ਫਲਾਣੀ ਜਗ੍ਹਾ ਜਾਣਾ ਹੈ, ਤੇ ਸਾਡਾ ਸਰੀਰ ਸਾਧ ਸੰਗ ਛਾਲ ਮਰ ਕਹਿੰਦਾ ਵੀ ਨਹੀਂ ਮੈਂ ਤਿਆਰ ਆ। ਜੇ ਕਹਿੰਦਾ ਵੀ ਗੁਰਦੁਆਰੇ ਚਲੀਏ, ਨਾ ਨਾ ਨਾ, ਬਾਣੀ ਸੁਣੀਏ, ਨਾ 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 ਨਾ, ਧਰਮ ਦਾ ਕੰਮ ਕਰੀਏ, ਨਹੀਂ, ਹਜੇ ਤਾਂ ਸਮਾਂ ਨੀਂਦ ਦਾ ਹੈ, ਇਹ ਤਾਂ ਬੇਲਿਆਂ ਦਾ ਕੰਮ ਹੈ ਅੰਮ੍ਰਿਤ ਵੇਲੇ ਉੱਠਣਾ। ਤੇ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬੇਲੇ ਨਹੀਂ ਦੱਸੇ ਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਪੜ੍ਹ ਕੇ ਦੇਖੋ, ਮਹਾਰਾਜ ਕਹਿੰਦੇ ਯਾਦ ਰੱਖਿਓ, ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮਹਿ, ਸੋ ਕਹੀਅਤ ਹੈ ਸੂਰਾ। ਮਹਾਰਾਜ ਕਹਿੰਦੇ ਅਸਲ ਸੂਰਮਾ ਉਹ ਹੈ ਜਿਹਦੇ ਆਤਮਾ ਦੇ ਉੱਪਰ ਪਰਮਾਤਮਾ ਦਾ ਨਾਮ ਦਾ ਰੰਗ ਚੜ ਜਾਵੇ। ਤੇ ਬੜਾ ਔਖਾ ਹੈ ਸਾਧ ਸੰਗਤ। ਅੱਜ ਤੁਸੀਂ ਦੇਖੋ ਸਾਡੇ ਹਾਲਾਤ ਕਿਦਾਂ ਦੇ ਆ। ਅੱਜ ਤੁਸੀਂ ਕਹਿ ਦੋ ਵੀ ਭਾਈ ਨਾਮ ਜਪਣਾ ਆ, ਅੰਮ੍ਰਿਤ ਛਕਣਾ, ਗੁਰੂ ਵਾਲਾ ਬਣਨਾ, ਬੰਦੇ ਦੀ ਮੌਤ ਹੋਣ ਨੂੰ ਫਿਰਦੀ ਹੈ। ਬੰਦਾ ਕਹਿੰਦਾ ਇਹ ਮੇਤੇ ਕਿੱਥੇ ਕੰਮ ਹੋਣਾ ਹੈ। ਮਹਾਰਾਜ ਕਹਿੰਦੇ ਜਾ ਕੋ ਹਰ ਰੰਗ ਲਾਗੋ, ਜਿਹਨੂੰ ਨਾਮ ਦਾ ਰੰਗ ਲੱਗ ਗਿਆ ਨਾ, ਮਹਾਰਾਜ ਕਹਿੰਦੇ ਸੂਰਮਾ ਹੀ ਉਹ ਹੈ। ਤੇ ਦੇਖ ਲਓ ਸਾਡੇ ਚ ਕਿੰਨੇ ਕੁ ਸੂਰਮੇ ਆ। ਪਾਤਸ਼ਾਹ ਜੀ ਨੇ ਇਹਨਾਂ ਵਿਕਾਰਾਂ ਦੇ ਨਾਲ ਲੜਨ ਦਾ ਸਾਨੂੰ ਇੱਕ ਤਰੀਕਾ ਦੱਸਿਆ ਹੈ। ਉਹ ਤਰੀਕਾ ਕਿਹੜਾ ਹੈ? ਸਤਿਗੁਰੂ ਪਾਤਸ਼ਾਹ ਨੇ ਕਹਿੰਦੇ ਯਾਦ ਰੱਖ ਸੱਜਣਾ, ਆਪਣੀ ਇਸ ਜੀਭ ਤੋਂ ਨਾਮ ਜਪਿਆ ਕਰ। ਭਾਈ ਗੁਰਦਾਸ ਜੀ ਨੇ ਉਹਨਾਂ ਨੇ ਇੱਕ ਉਦਾਹਰਨ ਦਿੱਤੀ ਹੈ। ਹੁਣ ਕਈ ਵਾਰੀ ਤਰਕ ਕਰਨ ਵਾਲੇ, ਤਰਕ ਬਿਰਤੀ ਵਾਲੇ ਵੀ ਸਾਡੇ ਵਿੱਚ ਬਹੁਤ ਹੈ। ਉਹ ਆਖਦੇ ਨੇ ਵੀ ਵਾਹਿਗੁਰੂ ਕਹਿਣ ਦੇ ਨਾਲ ਕੀ ਹੋ ਜਾਵੇਗਾ, ਰਾਮ ਕਹਿਣ ਨਾਲ ਕੀ ਹੋ ਜਾਵੇਗਾ। ਸਾਰੀ ਦਿਹਾੜੀਆਂ ਇੰਨੀਆਂ ਗੱਲਾਂ ਕਰੀਦੀਆਂ, ਜੇ ਰਾਮ ਕਹਿ ਦਿੱਤਾ, ਵਾਹਿਗੁਰੂ ਕਹਿ ਦਿੱਤਾ, ਖੁਦਾ ਕਹਿ ਦਿੱਤਾ, ਅੱਲਾਹ ਕਹਿ ਦਿੱਤਾ, ਇਹਦੇ ਨਾਲ ਕੀ ਹੋ ਜਾਵੇਗਾ। ਇਹ ਵੀ ਤਾਂ ਰਸਨਾ ਤੋਂ ਬੋਲਣਾ ਆ। ਪਰ ਭਾਈ ਗੁਰਦਾਸ ਜੀ ਆਖਦੇ ਨੇ, ਕਹਿੰਦੇ ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਦਮਕਨ ਭਰਤ ਭੰਡਾਰ ਜੀ। ਭਾਈ ਗੁਰਦਾਸ ਆਖਦੇ ਨੇ, ਕਹਿੰਦੇ ਸੱਜਣਾ ਯਾਦ ਰੱਖ, ਹੀਰਾ ਬੜਾ ਛੋਟਾ ਹੈ। ਜਿਹੜਾ ਹੀਰਾ ਹੈ ਬੜਾ ਛੋਟਾ ਹੈ, ਹੱਥ ਦੀ ਤਲੀ ਤੇ ਰੱਖੂਗਾ ਤੈਨੂੰ ਬੜਾ ਛੋਟਾ ਨਜ਼ਰ ਆਣਾ ਹੈ। ਪਰ ਕਹਿੰਦੇ ਯਾਦ ਰੱਖੀ, ਹੀਰੇ ਨੂੰ ਜਦੋਂ ਕਿਸੇ ਜੁਹਾਰੀ ਦੇ ਕੋਲ ਜਾ ਕੇ ਵੇਚੂਗਾ ਨਾ, ਫਿਰ ਪੈਸੇ ਤੇਰੇ ਹੱਥ ਪਰ ਰੱਖ ਜਾਣੇ। ਪੈਸਿਆਂ ਵਾਸਤੇ ਇੱਕ ਵੱਡਾ ਵੈਗ ਚਾਹੀਦਾ ਹੈ।
जैसे हीरा हाथ में तनक सो दिखाई देत, मोल कीए दमकन भरत भंडार जी। कहते एक हीरे दी ऐनी कीमत है सज्जणा, तेरियां पुश्तां बैठ के खा सकदियां, पर याद रखी नाम दी भी एहो जी कीमत है। तू कल्ला जपेगा तेरा पूरा परिवार सुखी हो जाएगा, पर साडा मन ही नहीं करदा जपण नूं। जैसे हीरा हाथ में तनक सो दिखाई देत, मोल कीए दमकन भरत भंडार जी। ते भाई गुरदास आखदे ने जैसे बट बीज सत सूखम स्वरूप होत, बोए सह विद करे बिरखा विस्तार जी। तुहानू सियाणे नू पता होना साध संगत, ਜਿਹੜਾ ਬੋੜ ਦਾ ਬੀਜ ਹੈ ਨਾ, ਭਾਈ ਗੁਰਦਾਸ ਆਖਦੇ ਨੇ ਕਹਿੰਦੇ ਬੜਾ ਨਿੱਕਾ ਜਿਹਾ ਆ, ਬੜਾ ਛੋਟਾ ਜਿਹਾ। ਹਾਦੀ ਤਲੀ ਤੇ ਰੱਖੋਗੇ ਨਾ ਤੇ ਸਾਧ ਸੰਗਤ ਮੜੀ ਜੀ ਫੂਕ ਮਾਰ ਦਿਓ, ਲੱਭਦਾ ਨਹੀਂ ਕਿੱਧਰ ਗਿਆ ਉਹ। ਜੈਸੇ ਵਟ ਬੀਜ ਸਤ ਸੂਖਮ ਸਰੂਪ ਹੋਤ, ਕਹਿੰਦੇ ਬੜਾ ਸੂਖਮ ਹੈ, ਬੜਾ ਬਰੀਕ ਜਿਹਾ ਆ। ਬੋਏ ਸਾਹਿਬ ਵਿਦ ਕਰੈ ਬਿਰਖਾ ਵਿਸਥਾਰ ਜੀ। ਜਦੋਂ ਉਹ ਬੋੜ ਦਾ ਬੀਜ ਜੰਮ ਪਵੇ ਗੁਰੂ ਕੇ ਸਿੱਖੋ, ਸਾਧ ਸੰਗਤ ਜੀ ਯਾਦ ਰੱਖਿਓ, ਕਹਿੰਦੇ ਜਿੰਨੀਆਂ ਜੜਾਂ ਉਹਦੀਆਂ ਜ਼ਮੀਨ ਦੇ ਵਿੱਚ ਮਜ਼ਬੂਤ ਹੈ, ਇੰਨੀਆਂ ਹੋਰ ਨਹੀਂ ਹੈ। ਬੜੇ ਬੜੇ ਦਰਖਤ ਹਵਾ ਦੇ ਨਾਲ ਪੁੱਟੇ ਜਾਂਦੇ ਐ, ਹਨੇਰੀਆਂ ਦੇ ਨਾਲ ਪੁੱਟੇ ਜਾਂਦੇ, ਪਰ ਕਦੇ ਬੋੜ ਨਹੀਂ ਪੁੱਟਿਆ ਜਾਂਦਾ ਹੈ। ਕਦੇ ਬੋਰ ਨਹੀਂ, ਹਵਾ ਕਦੇ ਬੋਰ ਨਹੀਂ ਪੁੱਟ ਸਕਦੀ ਹੈ। ਆ ਨਾਮ ਦੀ ਤਾਕਤ ਹੈ। ਮਹਾਰਾਜ ਕਹਿੰਦੇ ਜਦੋਂ ਇਹ ਜਪੇਗਾ ਨਾ ਫਿਰ ਤੇਰੇ ਤੇ ਕਿਰਪਾ ਹੋਵੇਗੀ। ਜਿਨ੍ਹਾਂ ਨੇ ਜਪਿਆ ਉਹਨਾਂ ਨੇ ਸਾਧ ਸੰਗਤ ਬੜੀ ਸ਼ਿੱਦਤ ਦੇ ਨਾਲ, ਚੜ੍ਹਦੀ ਕਲਾ ਦੇ ਨਾਲ ਆਪ ਕੁਰਬਾਨ ਕਰ ਦਿੱਤਾ ਗੁਰੂ ਤੋਂ। ਮੇਰਾ ਸਮਾਂ ਸਿਰਫ 10 ਮਿੰਟ ਦਾ ਬਾਕੀ ਹੈ। ਮੈਂ ਤੁਹਾਡੇ ਨਾਲ ਕੁਝ ਉਹ ਪੱਤਰੇ ਸਾਂਝੇ ਕਰਨਾ ਚਾਹੁੰਦਾ। ਸਾਧ ਸੰਗਤ ਪੂਰੇ ਵਿਸ਼ਵ ਦੇ ਇਤਿਹਾਸ ਦੇ ਵਿੱਚੋਂ, ਭਾਰਤ ਭਰ ਦੇ ਇਤਿਹਾਸ ਦੇ ਵਿੱਚੋਂ, ਵਿਸ਼ਵ ਦੇ ਇਤਿਹਾਸ ਦੇ ਵਿੱਚੋਂ 4 ਮਹਾਂਪੁਰਖ ਇਹੋ ਜਿਹੇ ਹੋਏ ਐ ਜਿਨ੍ਹਾਂ ਦੀ ਸ਼ਹਾਦਤ ਬੜੀ ਲਾਸਾਨੀ ਹੈ। ਸਾਧ ਸੰਗਤ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਹੋਇਆ ਹੈ ਸਾਧ ਸੰਗਤ ਮਖਦੂਮ ਸ਼ਾਹ ਸ਼ਮਸ਼ਦੀਨ। ਮਖਦੂਮ ਸ਼ਾਹ ਸ਼ਮਸ਼ਦੀਨ ਇਹਦਾ ਨਾਮ ਸੀ। ਸਾਧ ਸੰਗਤ ਸ਼ਮਸ਼ ਤਰਬੇਜ, ਇਹ ਗਜ਼ਨੀ ਦੇ ਇਲਾਕੇ ਦਾ ਰਹਿਣ ਵਾਲਾ ਸੀ। ਇਹ ਗਜ਼ਨੀ ਦੇ ਇਲਾਕੇ ਦੇ ਵਿੱਚੋਂ ਮੁਲਤਾਨ ਦੇ ਵਿੱਚ ਆਇਆ। ਮੁਲਤਾਨ ਦੇ ਵਿੱਚ ਆ ਕੇ ਨੇ ਰੱਬ ਦੀ ਗੱਲ ਕੀਤੀ ਤੇ ਇੱਕ ਹੋਕਾ ਲਾ ਦਿੱਤਾ, ਅਨਲ ਹੱਕ। ਤੇ ਜਿਹੜੇ ਸਾਧ ਸੰਗਤ ਜਨੂਨੀ ਸੀ ਨਾ, ਜਨੂਨੀ ਕੱਟੜ, ਜਿਹੜੇ ਕੱਟੜ ਲੋਕ ਸੀ ਨਾ, ਧਰਮ ਕਦੇ ਕੱਟੜ ਨਹੀਂ ਹੁੰਦਾ। ਇਹ ਬੇਨਤੀ ਸਾਧ ਸੰਗਤ ਧਿਆਨ ਵਿੱਚ ਰੱਖਿਓ। ਜੇ ਧਰਮ ਦੇ ਵਿੱਚ ਕੱਟੜਤਾ ਹੈ ਫਿਰ ਕਸਾਹੀ ਪੁਣੇ ਧਰਮ ਦੇ ਵਿੱਚ ਫਰਕ ਹੀ ਰਹਿ ਗਿਆ। ਧਰਮ ਤਾਂ ਬੜਾ ਸਾਧ ਸੰਗਤ ਉਹ ਦਇਆਵਾਨ ਹੈ। ਧਰਮੀ ਬੰਦਾ ਤਾਂ ਬੜਾ ਦਇਆਵਾਨ ਹੁੰਦਾ ਹੈ। ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਗੁਣ ਹੀ ਸਾਨੂੰ ਦਇਆ ਦਾ ਦਿੱਤਾ ਹੈ। 5 ਪਿਆਰਿਆਂ ਦੇ ਨਾਮ ਪੜ੍ਹ ਕੇ ਦੇਖਿਓ, ਸਭ ਤੋਂ ਪਹਿਲਾਂ ਦਇਆ ਸਿੰਘ ਆਂਦਾ ਹੈ। ਦਇਆ ਤੋਂ ਬਾਅਦ ਧਰਮ ਕਮਾਇਆ ਜਾਂਦਾ ਹੈ ਤੇ ਧਰਮ ਹਿੰਮਤ ਦੇ ਨਾਲ ਕਮਾਇਆ ਜਾਂਦਾ ਹੈ। ਤੇ ਸਾਧ ਸੰਗਤ ਜਦੋਂ ਹਿੰਮਤ ਹੁੰਦੀ ਹੈ ਤੇ ਫਿਰ ਯਾਦ ਰੱਖਿਓ, ਹਿੰਮਤ ਉਦੋਂ ਆਂਦੀ ਹੈ ਜਦੋਂ ਬੰਦਾ ਮੋਹ ਤੋਂ ਪਰੇ ਉੱਠ ਜਾਵੇ। ਤੇ ਜਦੋਂ ਮੋਹ ਤੋਂ ਪਰੇ ਉੱਠ ਜਾਵੇ ਫਿਰ ਕਹਿੰਦੇ ਸਾਹਿਬ ਸਿੰਘ, ਫਿਰ ਉਹਨੂੰ ਸਾਹਿਬੀ ਮਿਲ ਜਾਂਦੀ ਹੈ, ਫਿਰ ਉਹ ਸਾਹਿਬੀ ਦਾ ਮਾਲਕ ਬਣ ਜਾਂਦਾ। ਆ ਗੁਣ ਹੈ ਸਾਡੇ 5 ਪਿਆਰਿਆਂ ਦੇ ਵਿੱਚ ਵੀ। ਤੇ ਜਦੋਂ ਉੱਥੇ ਜਨੂਨੀ ਲੋਕਾਂ ਨੇ, ਮੁਲਾਣਿਆਂ ਨੇ, ਸਾਧ ਸੰਗਤ ਉਹਨੇ ਅਨਲ ਹੱਕ ਕਿਹਾ ਨਾ, ਉਹਨਾਂ ਨੇ ਸਜ਼ਾ ਦਿੱਤੀ ਹੈ ਬੇ ਇਸ ਮਖਦੂਮ ਦੀ ਇਹਦੀ ਖਲ ਉਤਾਰ ਦਿੱਤੀ ਜਾਵੇ। ਮੈਂ ਤਾਂ ਤੁਹਾਡੇ ਸਾਂਝਾ ਕਰ ਲਿਆ। ਹੁਣੇ ਗੁਰੂ ਕੇ ਵਜ਼ੀਰ, ਭਾਵੇਂ ਸਾਡੀ ਜਿਹੜੀ ਸਿੱਖ ਰਹਿਤ ਮਰਿਆਦਾ ਉਹਦੇ ਵਿੱਚ ਅਰਦਾਸ ਦਾ ਜਿਹੜਾ ਪੂਰਾ ਲਿਖਿਆ ਹੋਇਆ ਕਿਵੇਂ ਕਿਵੇਂ ਕਰਨੀ ਹੈ, ਪਰ ਅਜੇ ਵੀ ਕੁਝ ਗੁਰੂ ਕੇ ਸਿੱਖ, ਕੁਝ ਇਤਿਹਾਸ ਦੀਆਂ ਜਿਹੜੀਆਂ ਗੱਲਾਂ ਆ, ਚੋਣਵੇਂ ਜਿਹੜੇ ਸਾਧ ਸੰਗਤ ਤੋਂ ਕਿੱਸੇ ਹੈ, ਕਈ ਵਾਰੀ ਅੱਜ ਵੀ ਅਰਦਾਸ ਦੇ ਵਿੱਚ ਬੋਲਦੇ ਨੇ, ਪੁੱਠੀਆਂ ਖੱਲਾਂ ਲੋਹਾਈਆਂ, ਡਾਂਗਾਂ ਦੀਆਂ ਮਾਰਾਂ ਖਾਧੀਆਂ, ਜੰਡਾਂ ਨਾਲ ਬੰਨ ਕੇ ਸਾੜੇ ਗਏ। ਇਹ ਸਾਡਾ ਇਤਿਹਾਸ ਹੈ। ਸਭ ਤੋਂ ਪਹਿਲਾਂ ਸ਼ਮਸ਼ ਤਰਬੇਜ ਦੀ ਖਲ ਉਤਾਰੀ ਗਈ ਸੀ। ਉਸ ਤੋਂ ਬਾਅਦ ਸਾਧ ਸੰਗਤ ਫਿਰ ਦੂਸਰਾ ਹੋਇਆ ਹੈ ਸ਼ਾਹ ਸ਼ਮਸ਼ਦੀਨ ਮੁਹੰਮਦ। ਇਹ ਤਰਬੇਜ ਦੇ ਇਲਾਕੇ ਦਾ ਰਹਿਣ ਵਾਲਾ ਸੀ। ਤੇ ਸਾਧ ਸੰਗਤ ਇਹਨੇ ਵੀ ਇੱਕ ਵਾਰੀ ਕਹਿੰਦੇ ਇਹੋ ਜਿਹੀ ਘਟਨਾ ਵਾਪਰੀ ਹੈ, ਜੋ ਤੁਸੀਂ ਮਹਾਨ ਕੋਸ਼ ਨੂੰ ਪੜੋਗੇ ਉਹਦੇ ਵਿੱਚ ਇਹ ਘਟਨਾ ਅੰਕਿਤ ਹੈ।
ਤੇ ਭਾਈ ਕਾਹਨ ਸਿੰਘ ਨਾਭਾ ਆਖਦੇ ਨੇ, ਕਹਿੰਦੇ ਇਹਨੇ ਕੀ ਕੀਤਾ, ਬੰਦਗੀ ਕਰਕੇ ਇਹਦੇ ਅੰਦਰ ਐਡੀ ਰੂਹਾਨੀਅਤ ਆ ਗਈ ਸੀ, ਐਡੀ ਤਾਕਤ ਆ ਗਈ ਸੀ। ਇੱਕ ਵਾਰੀ ਮੁਰਦੇ ਦੇ ਕੋਲ ਜਾ ਕੇ, ਮੁਰਦੇ ਕੋਲ ਗਿਆ, ਮੁਰਦੇ ਨੂੰ ਕਹਿ ਦਿੱਤਾ ਉੱਠ ਕੇ ਖੜਾ ਹੋ ਜਾ, ਤੇ ਮੁਰਦਾ ਉੱਠ ਕੇ ਖੜਾ ਹੋ ਗਿਆ। ਉਸ ਵਕਤ ਵੀ ਸਾਧ ਸੰਗਤ ਇਹਦੀ ਖੱਲ ਉਤਾਰ ਕੇ ਇਹਨੂੰ ਸ਼ਹੀਦ ਕੀਤਾ ਗਿਆ ਹੈ। ਤੇ ਤੀਸਰਾ ਹੈ ਭਾਈ ਗੁਲਜ਼ਾਰ ਸਿੰਘ। ਭਾਈ ਗੁਲਜ਼ਾਰ ਸਿੰਘ ਭਾਈ ਸ਼ਹੀਦ ਭਾਈ ਮਨੀ ਸਿੰਘ ਦੇ ਪਰਿਵਾਰ ਦੇ ਵਿੱਚੋਂ, ਯਾਦ ਰੱਖਿਓ, ਸ਼ਹੀਦ ਭਾਈ ਮਨੀ ਸਿੰਘ ਦੇ ਨਾਲ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਹੈ। ਇਹਨਾਂ ਦੀ ਵੀ ਖੱਲ ਉਤਾਰੀ ਗਈ ਸੀ ਨਖਾਸ ਚੌਂਕ ਲਾਹੌਰ ਦੇ ਵਿੱਚ ਸਾਧ ਸੰਗਤ। ਉਸ ਤੋਂ ਬਾਅਦ ਹੈ ਸਾਧ ਸੰਗਤ ਭਾਈ ਜੈ ਸਿੰਘ, ਜਿਨ੍ਹਾਂ ਦੇ ਨਾਮ ਦੇ ਨਾਲ ਖੱਲ ਕੱਟ ਸਾਧ ਸੰਗਤ ਇਹ ਸ਼ਬਦ ਨਾਲ ਜੁੜਿਆ ਹੋਇਆ ਹੈ। ਭਾਈ ਜੈ ਸਿੰਘ ਸਾਧ ਸੰਗਤ, ਇਹਦਾ ਪਿਛੋਕੜ ਮੈਂ ਫਿਰ ਕਰਾਂ, ਮੈਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ, ਮੈਂ ਥੋੜੀ ਜਿਹੀ ਬੇਨਤੀ ਕਰਕੇ ਜੀ। ਜਿਹੜਾ ਭਾਈ ਜੈ ਸਿੰਘ ਹੈ ਸਾਧ ਸੰਗਤ, ਸਾਡਾ ਇਤਿਹਾਸ ਕਹਿੰਦਾ ਹੈ ਕਿ ਇਹਨਾਂ ਦੇ ਪਿਤਾ, ਉਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਅੰਮ੍ਰਿਤ ਦੀ ਦਾਤ ਲਈ ਸੀ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਧ ਸੰਗਤ ਸਮੇਂ ਦੇ ਵਿੱਚ ਹੀ ਇਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ। ਮੈਨੂੰ ਖਿਮਾ ਕਰਿਓ ਸਾਧ ਸੰਗਤ, ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਭਾਈ ਜੈ ਸਿੰਘ ਦਾ ਜਿਹੜਾ ਪਿਤਾ ਸੀ, ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ। ਹੁਣ ਪਰਿਵਾਰ ਸ਼ਹੀਦਾਂ ਦਾ ਆ। ਤੇ ਭਾਈ ਜੈ ਸਿੰਘ ਸਾਧ ਸੰਗਤ ਇਹ ਮੁਗਲ ਮਾਜਰੇ ਦਾ ਰਹਿਣ ਵਾਲਾ ਹੈ। ਤੇ ਜਿਹੜਾ ਮੁਗਲ ਮਾਜਰਾ ਪਿੰਡ ਹੈ ਸਾਧ ਸੰਗਤ, ਇਹ ਜਦੋਂ ਤੁਸੀਂ ਸਰਹੰਦ ਤੋਂ ਪਟਿਆਲੇ ਨੂੰ ਜਾਓ ਨਾ, ਜਿਹੜੀ ਪੁਰਾਣੀ ਅੱਜ ਵੀ ਸਾਧ ਸੰਗਤ ਸੜਕ ਦੇ ਉੱਪਰ ਮੌਜੂਦ ਹੈ ਪਿੰਡ, ਤੇ ਜਿਹੜਾ ਇਹ ਮੁਗਲ ਮਾਜਰਾ ਸੀ ਸਾਧ ਸੰਗਤ, ਸਰਹੰਦ ਤੋਂ 25 ਕਿਲੋਮੀਟਰ ਅੱਗੇ ਜਾ ਕੇ ਪਟਿਆਲੇ ਵੱਲ ਨੂੰ ਇਹ ਪਿੰਡ ਪੈਂਦਾ, ਪਰ ਅੱਜ ਇਹ ਪਿੰਡ ਦਾ ਨਾਮੋ ਨਿਸ਼ਾਨ ਨਹੀਂ ਹੈ। ਮੈਂ ਤੁਹਾਡੇ ਨਾਲ ਬਾਅਦ ਵਿੱਚ ਸਾਂਝ ਪਾਉਂਦਾ ਆ। ਜਿਸ ਵਕਤ ਦਿੱਲੀ ਤਖਤ ਦੇ ਉੱਪਰ ਸਾਧ ਸੰਗਤ ਜਿਹੜਾ ਅਬਦਾਲੀ ਸੀ ਨਾ, ਜਦੋਂ ਉਹਨੇ ਆ ਕੇ ਤਖਤ ਦੇ ਉੱਪਰ ਉਹਨੇ ਆਪਣਾ ਰਾਜ ਕੀਤਾ, ਬੈਠਿਆ, ਤੇ ਉਸ ਵਕਤ ਅਬਦਾਲੀ ਨੇ ਜਿਹੜਾ ਅਬਦੁਲ ਸਮੁੰਦ ਖਾਂ, ਨਾਮ ਧਿਆਨ ਵਿੱਚ ਰੱਖਿਓ, ਅਬਦੁਲ ਸਮੁੰਦ ਖਾਂ, ਉਹਨੂੰ ਕੋਲ ਸਾਰਾ ਪ੍ਰਬੰਧ ਆ ਗਿਆ। 1753 ਦੇ ਵਿੱਚ ਅਬਦੁਲ ਸਮੁੰਦ ਖਾਂ ਆਪਣੇ ਨਾਲ ਨਿਜ਼ਾਮਦੀਨ ਖਾਨ ਨੂੰ ਨਾਲ ਲੈ ਕੇ, ਨਿਜ਼ਾਮਦੀਨ ਨਾਲ ਲੈ ਕੇ, ਸਾਰਾ ਲਾਮੋ ਲਸ਼ਕਰ ਨਾਲ ਲੈ ਕੇ ਨਾ ਸਾਧ ਸੰਗਤ ਇਹ ਪਟਿਆਲੇ ਨੂੰ ਗਿਆ। ਤੇ ਉਹਨਾਂ ਸਮਿਆਂ ਦੇ ਵਿੱਚ ਇਹ ਗੱਲ ਚੱਲਦੀ ਸੀ ਵੀ ਜਿਹੜੇ ਇਹ ਹਾਕਮ ਹੁੰਦੇ ਸੀ ਨਾ, ਜਿਹੜਾ ਇਹਨਾਂ ਦੇ ਕੋਲ ਬੋਝਾ ਸਮਾਨ ਹੁੰਦਾ ਸੀ, ਤੇ ਜਿਸ ਪਿੰਡ ਦੇ ਵਿੱਚੋਂ ਲੰਘਣਾ, ਉਸ ਪਿੰਡ ਦੇ ਨੰਬਰਦਾਰ ਨੇ ਮੋਹਰੇ ਆ ਕੇ ਇਹਨਾਂ ਨੂੰ ਸਲਾਮ ਕਰਨੀ। ਤੇ ਜਦੋਂ ਸਲਾਮ ਕਰਨੀ ਹੈ, ਤੇ ਜਿਹੜਾ ਇਹਨਾਂ ਕੋਲ ਸਮਾਨ ਹੁੰਦਾ ਸੀ, ਉਹ ਨੰਬਰਦਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਸੀ ਵੀ ਆਪਣੇ ਪਿੰਡ ਤੋਂ ਅਗਲੇ ਪਿੰਡ ਤੱਕ ਛੱਡਣ ਦੀ, ਵੀ ਜਿਹੜਾ ਨਾਲ ਸਮਾਨ ਆਪਣੇ ਪਿੰਡ ਤੋਂ ਅਗਲੇ ਪਿੰਡ ਛੱਡਣਾ, ਉਹ ਤੋਂ ਫਿਰ ਅਗਲੇ ਪਿੰਡ ਦੀ ਜ਼ਿੰਮੇਵਾਰੀ ਹੈ। ਜਦੋਂ ਇਹ ਮੁਗਲ ਮਾਜਰੇ ਪਹੁੰਚਿਆ, ਇਤਿਹਾਸ ਕਰੇ ਗੱਲ ਆਖਦੇ ਨੇ, ਕਹਿੰਦੇ ਉਸ ਵਕਤ ਜਿਹੜਾ ਨੰਬਰਦਾਰ ਵੀ ਹਾਜ਼ਰ ਹੋਇਆ, ਸਲਾਮ ਕੀਤੀ ਹੈ। ਅਬਦੁਲ ਸਮੁੰਦ ਖਾਨ ਨੇ ਆਖਿਆ ਬਈ ਜਿਹੜਾ ਸਾਡਾ ਇਹ ਬੋਝਾ ਹੈ, ਇਹਨੂੰ ਅਗਲੇ ਪਿੰਡ ਛੱਡਣਾ ਹੈ। ਤੇ ਸਾਧ ਸੰਗਤ ਉਹ ਜਿਹੜਾ ਨੰਬਰਦਾਰ ਸੀ ਨਾ, ਉਹ ਆਖਣ ਲੱਗਾ ਕੋਈ ਗੱਲ ਨਹੀਂ ਜੀ, ਮੈਂ ਛਡਾ ਦਿੰਦਾ ਹੈ। ਤੇ ਉਸ ਵਕਤ ਅਬਦੁਲ ਸਮੁੰਦ ਖਾਂ ਆਖਣ ਲੱਗਿਆ ਵੀ ਮੇਰੀ ਇੱਕ ਨਿਗਾਹ ਪਈ ਸੀ, ਜਦੋਂ ਰਸਤੇ ਵਿੱਚ ਆ ਰਹੇ ਸੀ ਨਾ, ਇੱਕ ਸਿੱਖੜਾ ਖੂਹ ਦੇ ਉੱਪਰ ਇਸ਼ਨਾਨ ਕਰਦਾ ਸੀ। ਕਿਉਂਕਿ ਬੋਲੀ ਉਹਨਾਂ ਦੀ ਇਹੋ ਜਿਹੀ, ਅਸੀਂ ਤਾਂ ਸਿੱਖ ਕਹਿੰਦੇ ਨਾ, ਉਹ ਕਹਿੰਦਾ ਇੱਕ ਸਿੱਖੜਾ ਇਸ਼ਨਾਨ ਕਰਦਾ ਸੀ, ਜਾਓ ਭਾਈ ਉਹਨੂੰ ਲੈ ਕੇ ਆਓ ਜਾ ਕੇ। ਤੇ ਜਦੋਂ ਉਹ ਖੂਹ ਦੇ ਉੱਪਰੋਂ ਸਾਧ ਸੰਗਤ ਗੁਰੂ ਕੇ ਸਿੱਖ ਭਾਈ ਜੈ ਸਿੰਘ, ਇਹਨਾਂ ਦਾ ਨਾਮ ਹੈ ਭਾਈ ਜੈ ਸਿੰਘ, ਇਹਨੂੰ ਨਾਲ ਲਿਆ ਤੇ ਨਾਲ ਲੈ ਕੇ ਅਬਦੁਲ ਸਮੁੰਦ ਖਾਂ ਦੇ ਕੋਲ ਪਹੁੰਚੇ। ਤੇ ਪਹੁੰਚ ਕੇ ਆਖਣ ਲੱਗਿਆ, ਅਬਦੁਲ ਸਮੁੰਦ ਖਾਂ ਆਖਣ ਲੱਗਾ, ਕਹਿੰਦਾ ਉਹ ਸਿੱਖੜਿਆ ਤੇਰੇ ਕੋਲੋਂ ਲੰਘ ਕੇ ਆਏ, ਤੈਨੂੰ ਪਤਾ ਨਹੀਂ ਸਲਾਮ ਕਰਨੀ ਤੇਰਾ ਫਰਜ਼ ਹੈ?
ਤੇ ਭਾਈ ਜੈ ਸਿੰਘ ਆਖਣ ਲੱਗਿਆ, ਕਹਿੰਦਾ ਜੀ ਵੀ ਮੈਂ ਧਿਆਨ ਨਹੀਂ ਮਾਰਿਆ, ਮੈਂ ਇਸ਼ਨਾਨ ਕਰਦਾ ਸੀ, ਮੇਰੇ ਗੁਰੂ ਦਾ ਹੁਕਮ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ, ਉਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ, ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਮੈਂ ਤਾਂ ਬਾਣੀ ਪੜ੍ਹਦਾ ਸੀ, ਨਾਮ ਦੇ ਵਿੱਚ ਜੁੜਿਆ ਹੋਇਆ ਸੀ, ਮੈਂ ਧਿਆਨ ਨਹੀਂ ਮਾਰਿਆ। ਕਹਿੰਦੇ ਤੈਨੂੰ ਪਤਾ ਸਿੱਖ ਸਰਕਾਰ ਦੇ ਬਾਗੀ ਹੈ ਤੇ ਤੈਨੂੰ ਇਹਦੀ ਸਜ਼ਾ ਦਿੱਤੀ ਜਾਵੇਗੀ। ਪਹਿਲਾਂ ਆ ਸਾਡਾ ਬੋਝਾ ਚੁੱਕ ਕੇ ਪਟਿਆਲੇ ਛੱਡ, ਫਿਰ ਤੈਨੂੰ ਪਟਿਆਲੇ ਜਾ ਕੇ ਦੀ ਸਜ਼ਾ ਦਵਾਂਗੇ। ਤੇ ਭਾਈ ਜੈ ਸਿੰਘ ਆਖਣ ਲੱਗਾ, ਕਹਿੰਦਾ ਜੀ ਮੈਨੂੰ ਬੋਝਾ ਚੁੱਕਣ ਦੇ ਵਿੱਚ ਤਾਂ ਕੋਈ ਤਕਲੀਫ ਨਹੀਂ ਹੈ, ਕੋਈ ਮੈਨੂੰ ਹਿਚਕ ਨਹੀਂ ਹੈ ਕੋਈ, ਪਰ ਮੈਨੂੰ ਦੱਸ ਦਿਓ ਇਸ ਬੋਝੇ ਵਿੱਚ ਹੈ ਕੀ ਹੈ, ਇਹਦੇ ਗੱਠ ਦੇ ਵਿੱਚ ਬੰਨਿਆ ਕੀ ਹੈ। ਤੇ ਅਬਦੁਲ ਸਮਦ ਖਾਂ ਆਖਣ ਲੱਗਿਆ, ਕਹਿੰਦਾ ਬਈ ਤੈਂ ਇਸ ਗੱਲ ਤੋਂ ਕੀ ਲੈਣਾ, ਦੇ ਵਿੱਚ ਕੀ ਹੈ ਕੀ ਨਹੀਂ ਹੈ, ਤੂੰ ਸਾਡਾ ਸਮਾਨ ਚੁੱਕ, ਬਸ ਇਹਨੂੰ ਉੱਥੇ ਛੱਡ। ਤੇ ਉਹ ਆਖਣ ਲੱਗਾ, ਕਹਿੰਦਾ ਨਹੀਂ ਇਸ ਤਰ੍ਹਾਂ ਨਹੀਂ ਹੈ, ਕੋਈ ਇਹੋ ਜਿਹੀ ਚੀਜ਼ ਵਿਵਰਜਿਤ ਹੋਵੇ ਜਿੱਤੋਂ ਮੇਰੇ ਗੁਰੂ ਨੇ ਵਿਵਰਜਿਤ ਕੀਤਾ, ਜੇ ਉਹ ਚੀਜ਼ ਦੇ ਵਿੱਚ ਹੋਈ ਤੇ ਮੈਨੂੰ ਬੜਾ ਔਖਾ ਹੋਵੇਗਾ, ਤੁਸੀਂ ਦੱਸ ਦਿਓ ਉਹਦੇ ਵਿੱਚ ਹੈ ਕੀ ਹੈ। ਤੇ ਜਿਹੜਾ ਨਿਜ਼ਾਮਦੀਨ ਸੀ ਨਾ ਤੇ ਸਾਧ ਸੰਗਤ, ਉਹ ਆਖਣ ਲੱਗਿਆ, ਕਹਿੰਦਾ ਇਹਦੇ ਵਿੱਚ ਨਵਾਬ ਸਾਹਿਬ ਦਾ ਹੁੱਕਾ ਹੈ, ਤਮਾਕੂ ਹੈ। ਤੇ ਭਾਈ ਜੈ ਸਿੰਘ ਆਖਣ ਲੱਗਿਆ, ਕਹਿੰਦਾ ਬਈ ਨਵਾਬ ਸਾਹਿਬ ਮੇਰੇ ਗੁਰੂ ਦਾ ਹੁਕਮ ਹੈ, ਆਪਾਂ ਇਸ ਤਮਾਕੂ ਦੇ ਨੇੜੇ ਵੀ ਨਹੀਂ ਜਾ ਸਕਦੇ। ਤੁਸੀਂ ਤਾਂ ਬੋਝਾ ਚੁੱਕਣ ਦੀ ਗੱਲ ਕਰਦੇ ਨਾ, ਤੁਸੀਂ ਤਾਂ ਬੋਝਾ ਚੁੱਕਣ ਦੀ ਗੱਲ ਕਰਦੇ ਆ, ਅਸੀਂ ਤਾਂ ਇਹਦੇ ਨੇੜੇ ਵੀ ਨਹੀਂ ਜਾ ਸਕਦੇ ਆ, ਮੇਰੇ ਗੁਰੂ ਦਾ ਹੁਕਮ ਹੈ। ਸਾਧ ਸੰਗਤ ਤੇ ਉਸ ਵਕਤ ਆਖਣ ਲੱਗਿਆ, ਕਹਿੰਦਾ ਤੈਨੂੰ ਪਤਾ ਤੂੰ ਗੱਲ ਕੀ ਕਰਦਾ ਆ, ਆਪਾਂ ਹਾਕਮ ਹੈ ਤੇ ਤੂੰ ਇੱਕ ਗਰੀਬ ਜਿਹਾ ਸਿੱਖੜਾ ਹੈ, ਉਹ ਤੇਰਾ ਭਲਾ ਹੋ ਜਾਵੇਗਾ, ਆ ਚੁੱਕ ਸਮਾਨ, ਤੂੰ ਸਾਡਾ ਸਮਾਨ ਛੱਡ। ਤੇ ਮੈਂ ਮੁੱਕਦੀ ਗੱਲ ਕਰਾਂ, ਭਾਈ ਜੈ ਸਿੰਘ ਨੇ ਮਨਾ ਕਰ ਦਿੱਤਾ ਤੇ ਸਾਧ ਸੰਗਤ ਕਈ ਤਰ੍ਹਾਂ ਦੇ ਉਹਨੂੰ ਡਰਾਵੇ ਦਿੱਤੇ ਗਏ। ਅਖੀਰਕਾਰ ਨਿਜ਼ਾਮਦੀਨ ਆਖਣ ਲੱਗਾ, ਜੇ ਨਹੀਂ ਚੁੱਕਦਾ ਤੈਨੂੰ ਸਜ਼ਾ ਦਿੱਤੀ ਜਾਵੇਗੀ। ਨਿਜ਼ਾਮਦੀਨ ਨੇ ਆਖ ਦਿੱਤਾ ਕਿ ਇਹਦੇ ਕੋਰੜੇ ਮਾੜੇ ਜਾਣ, ਸ਼ਮਕਾਂ ਮਾਰੀਆਂ ਜਾਣ, ਕੋਰੜੇ ਮਾਰ ਕੇ ਭਾਈ ਜੈ ਸਿੰਘ ਯਾਦ ਰੱਖਿਓ, ਕਿਉਂਕਿ ਇਸ਼ਨਾਨ ਕਰਦਾ ਸੀ, ਕੱਲਾ ਕਸ਼ਹਿਰਾ ਪਾਇਆ ਸੀ, ਸਰੀਰ ਦੇ ਉੱਪਰ ਕੱਪੜਾ ਕੋਈ ਨਹੀਂ ਸੀ ਤੇ ਜਿਹੜਾ ਬਦਨ ਵੀ ਗਿੱਲਾ ਸੀ। ਜਦੋਂ ਕੋਰੜੇ ਮਾਰੇ ਗਏ ਤੇ ਕੋਰੜਿਆਂ ਦੇ ਨਾਲ ਭਾਈ ਜੈ ਸਿੰਘ ਦੀ ਜਿਹੜਾ ਸਰੀਰ ਸੀ ਨਾ, ਉਹ ਬਿਲਕੁਲ ਸਾਧ ਸੰਗਤ ਛੱਲੀ ਹੋ ਗਿਆ, ਇੰਦ ਕਹਿ ਦਈਏ ਵੀ ਬਿਲਕੁਲ ਲਾਲ ਹੋ ਗਿਆ। ਤੇ ਪਰ ਭਾਈ ਜੈ ਸਿੰਘ ਮੰਨਿਆ ਨਹੀਂ, ਕਹਿੰਦਾ ਨਹੀਂ ਮੇਰੇ ਗੁਰੂ ਦਾ ਹੁਕਮ ਹੈ। ਕਹਿੰਦੇ ਕਮਾਲ ਦੀ ਗੱਲ ਹੈ, ਬੜਾ ਢੀੜ ਸਿੱਖੜਾ ਹੈ। ਅਬਦੁਲ ਸਮਦ ਖਾਂ ਦੇ ਬੋਲ ਹੈ, ਕਹਿੰਦਾ ਬੜਾ ਢੀੜ ਸਿੱਖੜਾ ਹੈ, ਮੰਨਦਾ ਹੀ ਨਹੀਂ ਹੈ, ਮੰਨ ਜਾਊਗਾ ਕੋਈ ਗੱਲ ਨਹੀਂ ਹੈ, ਇੰਜ ਕਰੋ ਇਹਦੇ ਪਰਿਵਾਰ ਨੂੰ ਗ੍ਰਿਫਤਾਰ ਕੀਤਾ ਜਾਵੇ। ਉਸ ਮੁਗਲ ਮਾਜਰੇ ਪਿੰਡ ਦੇ ਵਿੱਚ ਗਏ ਤੇ ਭਾਈ ਜੈ ਸਿੰਘ ਦਾ ਪਰਿਵਾਰ, ਹੁਣ ਇਹਦੀ ਘਰਵਾਲੀ ਦਾ ਨਾਮ ਹੈ ਬੀਬੀ ਧਨ ਕੌਰ ਤੇ ਇਹਦਾ ਇੱਕ ਪੁੱਤਰ ਹੈ ਜਿਹਦਾ ਨਾਮ ਹੈ ਖੜਕਾ ਸਿੰਘ, ਦੂਸਰੇ ਦਾ ਨਾਮ ਹੈ ਖੜਕ ਸਿੰਘ। ਤੇ ਸਾਧ ਸੰਗਤ ਤੇ ਇੱਕ ਜਿਹੜਾ ਖੜਕਾ ਸਿੰਘ ਹੋਇਆ ਉਹਦੀ ਘਰਵਾਲੀ ਦਾ ਨਾਮ ਹੈ ਬੀਬੀ ਰਾਜ ਕੌਰ ਤੇ ਜਿਹੜਾ ਖੜਕ ਸਿੰਘ ਹੋਇਆ ਉਹਦੀ ਘਰਵਾਲੀ ਦਾ ਨਾਮ ਹੈ ਬੀਬੀ ਅਮਰ ਕੌਰ। ਤੇ ਜਿਹੜੀ ਬੀਬੀ ਰਾਜ ਕੌਰ ਸੀ ਉਹਦੇ ਪੇਟ ਦੇ ਵਿੱਚ ਬੱਚਾ ਸੀ, ਸਾਧ ਸੰਗਤ ਪੜ ਰਿਹਾ ਸੀ ਤੇ ਉਹ ਆਪਣੇ ਪੇਕੇ ਗਏ ਹੋਏ ਸੀ। ਬਾਕੀ ਸਾਰਾ ਪਰਿਵਾਰ ਇਹਨਾਂ ਨੇ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰ ਕਰਕੇ ਭਾਈ ਜੈ ਸਿੰਘ ਦੇ ਅੱਗੇ ਲਿਆ ਖੜਾ ਕਰ ਦਿੱਤਾ। ਕਹਿੰਦੇ ਜੈ ਸਿੰਘ, ਪਰਿਵਾਰ ਦੇ ਨਾਲੇ ਖੁਸ਼ੀਆਂ ਹੁੰਦੀਆਂ ਐ, ਬੱਚਿਆਂ ਦੇ ਨਾਲ ਇਸ ਜੱਗ ਦੇ ਵਿੱਚ ਜੀਆ ਜਾਂਦਾ ਹੈ, ਹਜੇ ਵੀ ਦੇਖ ਲੈ ਸਮਾਂ ਆ, ਛੱਡ ਸਿੱਖੀ ਨੂੰ, ਸਿੱਖੀ ਦੇ ਵਿੱਚੋਂ ਕੀ ਲੈਣਾ, ਜੋ ਤੂੰ ਕਹੇਗਾ ਤੈਨੂੰ ਮੂੰਹ ਮੰਗਿਆ ਆਪਾਂ ਦੇ ਦੇਵਾਂਗੇ, ਕਿ ਸਿੱਖੀ ਛੱਡ ਦੇ। ਸਾਧ ਸੰਗਤ ਭਾਈ ਜੈ ਸਿੰਘ ਆਖਣ ਲੱਗਿਆ, ਨਹੀਂ ਮੇਰੇ ਗੁਰੂ ਨੇ ਇਸ ਸਿੱਖੀ ਦੇ ਉੱਪਰੋਂ, ਧਰਮ ਦੇ ਉੱਪਰੋਂ, ਦਇਆ ਦੇ ਉੱਪਰੋਂ, ਇਨਸਾਨੀਅਤ ਦੇ ਉੱਪਰੋਂ ਆਪਣੇ ਬੱਚੇ ਕੁਰਬਾਨ ਕਰ ਦਿੱਤੇ ਤੇ ਮੈਂ ਤਾਂ ਖਾਸ ਸੁੱਖ ਨਾਲ ਬੁੱਢਾ ਹੋ ਗਿਆ ਤੇ ਮੈਂ ਸੰਸਾਰ ਵਿੱਚ ਕਿੰਨਾ ਕੁ ਸਮਾਂ ਜੀਵਾਂਗਾ, ਮੈਨੂੰ ਕੋਈ ਪਰਵਾਹ ਨਹੀਂ, ਤੁਸੀਂ ਮੈਨੂੰ ਸ਼ਹੀਦੀ ਪ੍ਰਵਾਨ ਹੈ। ਸਭ ਤੋਂ ਪਹਿਲਾਂ ਭਾਈ ਜੈ ਸਿੰਘ ਦੀ ਜਿਹੜੀ ਘਰ ਵਾਲੀ ਸੀ ਨਾ, ਬੀਬੀ ਧਨ ਕੌਰ, ਉਹਨੂੰ ਸ਼ਹੀਦ ਕੀਤਾ ਗਿਆ, ਕੋ ਕੇ ਜ਼ਾਲਮਾਂ ਨੇ ਸ਼ਹੀਦ ਕੀਤਾ ਗਿਆ। ਤੇ ਫਿਰ ਆਖਣ ਲੱਗੇ, ਕਹਿੰਦੇ ਇੱਕ ਚਲਾ ਗਿਆ, ਤੇਰਾ ਦੋ ਪੁੱਤਰ ਤੇਰੇ ਸਾਡੇ ਕੋਲ ਖੜੇ ਆ, ਹਜੇ ਵੀ ਸਮਾਂ ਆਪਣੇ ਪੁੱਤਰਾਂ ਨੂੰ ਬਚਾ ਸਕਦਾ ਹੈ।
ਤੇ ਭਾਈ ਜੈ ਸਿੰਘ ਨੇ ਮਨਾ ਕਰ ਦਿੱਤਾ ਤੇ ਸਾਧ ਸੰਗਤ ਦੋਨੇ ਪੁੱਤਰ ਤੇ ਬੀਬੀ ਅਮਰ ਕੌਰ ਸਾਧ ਸੰਗਤ ਉਹਨਾਂ ਜ਼ਾਲਮਾਂ ਨੇ ਸ਼ਹੀਦ ਕਰ ਦਿੱਤੀ ਕੋ ਕੇ। ਤੇ ਜਦੋਂ ਨਾ ਮੰਨਿਆ ਨਾ ਤੇ ਉਸ ਵਕਤ ਇਹਨਾਂ ਹੁਕਮ ਦਿੱਤਾ ਕਿ ਇਹਨੂੰ ਉੱਥੇ 2 ਦਰਖਤ ਸੀ ਜੋੜੇ ਸਾਧ ਸੰਗਤ ਪਿੱਪਲ ਦੇ, ਤੇ ਆਖ ਦਿੱਤਾ ਕਿ ਇਹਨੂੰ ਇੱਥੇ ਪੁੱਠਾ ਟੰਗ ਦਿੱਤਾ ਜਾਵੇ। ਤੇ ਭਾਈ ਜੈ ਸਿੰਘ ਨੂੰ ਪੁੱਠਾ ਸਾਧ ਸੰਗਤ ਟੰਗ ਕੇ ਨਾ ਤੇ ਹੁਕਮ ਕਰ ਦਿੱਤਾ ਕਿ ਇਹਦੀ ਜਿਹੜੀ ਖੱਲ ਹੈ ਉਹ ਉਤਾਰ ਦਿੱਤੀ ਜਾਵੇ। ਪੈਰ ਦੇ ਗੂਠੇ ਤੋਂ ਲਾ ਕੇ ਸਿਰ ਤੱਕ ਭਾਈ ਜੈ ਸਿੰਘ ਦੀ ਖੱਲ ਉਤਾਰ ਦਿੱਤੀ ਗਈ। ਗੁਰੂ ਕੇ ਸਿੱਖੋ, ਸਾਡਾ ਤਾਂ ਇਤਿਹਾਸ ਉਹ ਹੈ ਜਿੱਥੇ ਪੁੱਠੀਆਂ ਖੱਲਾਂ ਲਹਾਈਆਂ ਗਈਆਂ, ਖੋਪਰੀਆਂ ਲਹਾਈਆਂ ਗਈਆਂ, ਬੰਦ ਕਟਾਏ ਗਏ। ਤੇ ਅੱਜ ਸਾਧ ਸੰਗਤ ਆਪਣੇ ਵਿੱਚ ਝਾਤ ਮਾਰ ਕੇ ਦੇਖੀ, ਆਪਾਂ ਆਪਣੇ ਵਿਰਸੇ ਨੂੰ ਛੱਡ ਕੇ ਝੂਠਿਆਂ ਦੇ ਮਗਰ ਤੁਰਦੇ ਫਿਰਦੇ ਆ ਤੇ ਬੜਾ ਦੁੱਖ ਲੱਗਦਾ ਆ। ਸਾਡਾ ਤਾਂ ਵਿਰਸਾ ਹੀ ਬੜਾ ਕੀਮਤੀ ਸੀ, ਸਾਡੇ ਵਿਰਸੇ ਸਾਨੂੰ ਤੋੜ ਦਿੱਤਾ ਗਿਆ। ਤੇ ਉਸ ਜਗ੍ਹਾ ਦੇ ਉੱਪਰ ਸਾਧ ਸੰਗਤ ਅੱਜ ਅਸਥਾਨ ਬਣਿਆ ਹੋਇਆ ਹੈ। ਉਸ ਪਿੰਡ ਦਾ ਅੱਜ ਦਾ ਨਾਮ ਹੈ ਵਾਰਨ ਪਿੰਡ। ਜਦੋਂ ਤੁਸੀਂ ਜਾਓ ਨਾ ਸਰਹੰਦ ਤੋਂ ਪਟਿਆਲੇ ਨੂੰ ਤੇ ਉਹ ਸੜਕ ਦੇ ਉੱਪਰ ਪਿੰਡ ਹੈ ਵਾਰਨ, ਤੇ ਉੱਥੇ ਭਾਈ ਜੈ ਸਿੰਘ ਦੇ ਨਾਮ ਦੇ ਉੱਪਰ ਅੱਜ ਵੀ ਗੁਰਦੁਆਰਾ ਸ਼ੋਭਤ ਹੈ। ਕਿਤੇ ਦਰਸ਼ਨ ਕਰਿਓ ਸਾਧ ਸੰਗਤ, ਬੜੀ ਰੋਚਕਮਈ ਸਾਧ ਸੰਗਤ ਇਹ ਜਿਹੜੀ ਸ਼ਹਾਦਤ ਸੀ। ਇੱਕ ਬੇਨਤੀ ਕਰਕੇ ਸਮਾਪਤੀ ਕਰਦੇ ਹਾਂ। ਸ਼ਹਾਦਤ 5 ਤਰ੍ਹਾਂ ਦੀ ਹੈ ਸਾਧ ਸੰਗਤ। ਜੇ ਤੁਸੀਂ ਕਿਤੇ ਸ਼ਹੀਦੀ ਦਾ ਸੰਕਲਪ ਪੜੋ, ਪਹਿਲੀ ਹੈ ਸਾਧ ਸੰਗਤ ਸ਼ਹੀਦੇ ਕਰਬਲਾ, ਜਿਹੜੀ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦੀ ਹੁੰਦੀ ਹੈ। ਫਿਰ ਦੂਸਰਾ ਸ਼ਬਦ ਹੈ ਸਾਧ ਸੰਗਤ ਸ਼ਹੀਦੇ ਆਜਮ। ਫਿਰ ਤੀਸਰਾ ਸ਼ਬਦ ਹੈ ਸਾਧ ਸੰਗਤ ਸ਼ਹੀਦੇ ਵਤਨ। ਫਿਰ ਚੌਥੀ ਸ਼ਹੀਦੀ ਹੈ ਸ਼ਹੀਦੇ ਮੁਹੱਬਤ। ਤੇ ਪੰਜਵਾਂ ਸ਼ਬਦ ਹੈ ਸ਼ਹੀਦ। ਤੇ ਯਾਦ ਰੱਖਿਓ, ਅੱਜ ਆਪਾਂ ਉਸ ਗੁਰੂ ਦੇ ਚਰਨਾਂ ਵਿੱਚ ਬੈਠੇ ਆ ਤੇ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਸਮਾਗਮ ਹੈ, ਜਿੱਥੇ 5 ਸ਼ਹੀਦੀਆਂ ਕੱਢ ਕੇ ਨਾਲ ਇੱਕ ਨਾਮ ਹੋਰ ਲਾ ਦਿੱਤਾ, ਸ਼ਹੀਦਾਂ ਦੇ ਸਰਤਾਜ। ਸਾਰੇ ਸ਼ਹੀਦਾਂ ਤੋਂ ਸਾਧ ਸੰਗਤ ਉੱਪਰ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਮੈਂ ਫਿਰ ਬੇਨਤੀ ਕਰਾਂ, ਸ਼ਹੀਦ, ਸ਼ਹੀਦੇ ਕਰਬਲਾ, ਸ਼ਹੀਦੇ ਮੁਹੱਬਤ, ਸ਼ਹੀਦੇ ਆਜਮ ਤੇ ਸ਼ਹੀਦੇ ਵਤਨ, ਇਹ ਸਾਧ ਸੰਗਤ ਸ਼ਹੀਦੀਆਂ ਅੱਜ ਵੀ ਸਾਡੇ ਵਿੱਚ ਚੱਲਦੀਆਂ ਪਈਆਂ। ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਹਨਾਂ ਸਾਰਿਆਂ ਦੇ ਸਰਤਾਜ ਹੈ, ਉਹਨਾਂ ਦਾ ਕੋਈ ਤੋੜ ਨਹੀਂ ਦੇ ਸਕਦਾ। ਇਸ ਕਰਕੇ ਸਾਧ ਸੰਗਤ ਯਤਨ ਕਰੀਏ, ਆਪਾਂ ਜਿੱਥੇ ਸ਼ਹੀਦੀ ਦਿਹਾੜੇ ਮਨਾ ਰਹੇ ਨਾ, ਆਪਾਂ ਆਪਣੇ ਆਪ ਨੂੰ ਪੱਕਾ ਕਰਕੇ, ਮੈਂ ਪਹਿਲਾਂ ਬੇਨਤੀ ਕੀਤੀ ਸੀ, ਇੱਕ ਦੁਸ਼ਮਣ ਬਾਹਰ ਹੈ, ਇੱਕ ਦੁਸ਼ਮਣ ਅੰਦਰ ਹੈ। ਬਾਹਰ ਦੇ ਦੁਸ਼ਮਣ ਨਾਲ ਵੀ ਸਾਨੂੰ ਸਾਧ ਸੰਗਤ ਜੂਝਣੇ ਪੈਣਾ ਹੈ, ਤੇ ਕਿਤੇ ਇਹ ਨਾ ਹੋਵੇ ਬਾਹਰ ਜੂਝਦੇ ਰਹੀਏ ਤੇ ਅੰਦਰ ਦਾ ਸਾਨੂੰ ਹਰਾ ਜਾਵੇ, ਅੰਦਰ ਦਾ ਲੋਭ ਸਾਡੇ ਪਰ ਆ ਜਾਵੇ। ਇੱਕ ਜਥਾ ਆ ਰਿਹਾ, ਠੀਕ ਹੈ ਜੀ। ਜਦੋਂ ਆਪਾਂ ਅੰਦਰਲੇ ਦੀ ਗੱਲ ਕਰਦੇ ਆ ਨਾ ਜੀ ਸਾਧ ਸੰਗਤ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਪਰ ਕਹਿੰਦੇ ਜਿਹੜੇ ਅੰਦਰ ਤੇਰੇ ਦੁਸ਼ਮਣ ਬੈਠੇ ਆ ਨਾ, ਬੜੇ ਖਰਾਬ ਹੈ, ਇਹ ਜੀਣ ਨਹੀਂ ਦਿੰਦੇ ਆ ਸਾਧ ਸੰਗਤ। ਸਤਿਗੁਰੂ ਜੀ ਨੇ ਜ਼ਿਕਰ ਕੀਤਾ ਸ਼ਲੋਕ ਸੰਸਕ੍ਰਿਤੀ ਦੇ ਅੰਦਰ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਉਹਨਾਂ ਨੂੰ ਪਤਾ। ਇੱਕ ਬੇਨਤੀ ਹੋਰ ਕਰਾਂ, ਬੜੇ ਧਿਆਨ ਨਾਲ ਸੁਣੋ। ਮੈਂ ਵੈਸੇ ਵੀਡੀਓ YouTube ਦੇ ਉੱਪਰ ਪਾਈ ਹੋਈ ਆ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀ ਆ। ਤੇ ਅੱਜ ਕਿਸੇ ਨੂੰ ਤੁਸੀਂ ਪੁੱਛੋ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਇਆ ਨਾ, ਪੁੱਛੋ ਭਾਈ ਕਿੱਥੋਂ ਆਇਆ, ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਦਰਸ਼ਨ ਕਰਕੇ ਆਇਆ। ਆਪਾਂ ਸਾਰੇ ਦੇ ਕਹਿੰਦੇ ਆ ਜੀ। ਬਹੁਤ ਧਿਆਨ ਦੇ ਨਾਲ ਗੱਲ ਸੁਣਿਓ। ਅੱਜ ਆਪਾਂ ਫਗਵਾੜੇ ਵਿੱਚ ਰਹਿੰਦੇ ਆ, ਜਦੋਂ ਆਪਾਂ ਫਗਵਾੜੇ ਨੂੰ ਛੱਡ ਕੇ ਕਿਤੇ ਬਾਹਰ ਜਾਵਾਂਗੇ, ਸਾਨੂੰ ਪੁੱਛੇਗਾ ਭਾਈ ਤੂੰ ਫਗਵਾੜੇ ਵਿੱਚ ਰਿਹਾ, ਤੈਂ ਫਗਵਾੜੇ ਦਰਸ਼ਨ ਕੀਤੇ ਆ, ਦੱਸ ਫਗਵਾੜਾ ਕਿਦਾਂ ਦਾ ਆ। ਆਪਾਂ ਸਾਰੀ ਤਸਵੀਰ ਪੇਸ਼ ਕਰਾਂਗੇ ਨਾ, ਬਈ ਫਲਾਣੀ ਜਗ੍ਹਾ ਫਲਾਣਾ ਚੌਂਕ ਹੈ, ਫਲਾਣੀ ਜਗ੍ਹਾ ਫਲਾਣਾ ਚੌਂਕ ਹੈ। ਤੇ ਜਦੋਂ ਆਪਾਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ, ਆਪਾਂ ਕਹਿੰਦੇ ਹਾਂ ਕੀਤੇ ਆ, ਦੱਸ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਆ। ਕੀ ਆਪਾਂ ਦੱਸ ਸਕਾਂਗੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਹੈ? ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀਆਂ ਬਾਣੀਆਂ ਆ? ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਭਗਤਾਂ ਦੀ ਬਾਣੀ ਹੈ? ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂਆਂ ਦੀ ਬਾਣੀ ਹੈ? ਇੱਥੋਂ ਪਤਾ ਲੱਗਦਾ ਹੈ ਵੀ ਹਜੇ ਆਪਾਂ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਹੀਂ ਕੀਤੇ ਆ।
ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ। ਮੁਬਾਰਕ ਹੈ ਗੁਰੂ ਅੱਗੇ ਸੀਸ ਝੁਕਾਣਾ, ਮੱਥਾ ਟੇਕਣਾ। ਸਾਧ ਸੰਗਤ ਉਹਨਾਂ ਗੁਰੂ ਕੇ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕ ਹੈ। ਪਰ ਯਾਦ ਰੱਖਿਓ, ਇਹ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦਰਸ਼ਨ ਉਹ ਹੈ ਜਦੋਂ ਇੱਕ ਓੰਕਾਰ ਤੋਂ ਲਾ ਕੇ 18 10 20 ਤੱਕ ਬਾਣੀ ਪੜਾਂਗੇ। ਹੁਣ ਅਖੰਡ ਪਾਠ ਕੀਤਾ ਗਿਆ ਹੈ। ਸਾਧ ਸੰਗਤ ਜਿਹੜੇ ਬੰਦੇ ਨੇ ਇੱਕ ਓੰਕਾਰ ਤੋਂ ਲਾ ਕੇ 18 10 20 ਤੱਕ ਬਾਣੀ ਪੜ੍ਹੀ ਹੈ, ਸਾਧ ਸੰਗਤ ਉਹਨੂੰ ਪਤਾ ਵੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਹੈ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਿੱਦਾਂ ਹੁੰਦੇ ਆ। ਜਦੋਂ ਤੁਸੀਂ ਦਰਸ਼ਨ ਕਰੋਗੇ ਨਾ, ਸ਼ਲੋਕ ਸਹਿਸਕ੍ਰਿਤੀ ਦੇ ਅੰਦਰ ਪਾਤਸ਼ਾਹ ਜੀ ਨੇ ਇੱਕ ਬਚਨ ਕੀਤਾ। ਮਹਾਰਾਜ ਆਖਦੇ ਕਹਿੰਦੇ, ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ, ਅਨਕ ਲਹਿਰੀ ਕਲੋਲ ਤੇ ਤਬੰਤ ਜੀਆ ਬਹੁ ਪ੍ਰਸਾਦੰ, ਅਨਕ ਭਾਂਤ ਬਹੁ ਡੋਲ ਤੇ ਨਚ ਮਿੱਤਰੰ ਨਚ ਇਸ਼ਟੰ ਨਚ ਮਾਤ ਪਿਤਾ ਤਬ ਲਜਿਆ। ਸਾਧ ਸੰਗਤ ਪਾਤਸ਼ਾਹ ਜੀ ਨੇ ਇੱਥੇ ਵਕਾਰ ਦੀ ਗੱਲ ਕੀਤੀ ਹੈ। ਮਹਾਰਾਜ ਕਹਿੰਦੇ ਜਿਹੜੇ ਤੇ ਅੰਦਰ ਬੈਠੇ ਆ ਨਾ, ਅੰਦਰ ਬੈਠੇ ਸਾਡੇ ਜਿਹੜੇ ਦੁਸ਼ਮਣ ਹੈ, ਮਹਾਰਾਜ ਕਹਿੰਦੇ ਦਿਖਾਈ ਨਹੀਂ ਦਿੰਦੇ ਪਰ ਹੈ ਸਾਡੇ ਅੰਦਰ ਹੀ ਹੈ। ਤੁਸੀਂ ਦੇਖੋ ਸਾਧ ਸੰਗਤ, ਬੰਦਾ ਬੜਾ ਵਧੀਆ ਤੁਰਿਆ ਜਾਂਦਾ, ਠੀਕ ਹੈ, ਮਾੜੇ ਜੇ ਕਿਤੇ ਰਸਤੇ ਵਿੱਚ ਨਾ ਕਿਸੇ ਨਾਲ ਉਹਦੇ ਮੋਢੇ ਨਾਲ ਮੋਢਾ ਖਹਿ ਜਾਵੇ, ਇਹ ਜਦ ਹੀ ਦੁਸ਼ਮਣ ਪੈਦਾ ਹੋ ਜਾਂਦਾ, ਜਦ ਹੀ ਬੰਦੇ ਦੀਆਂ ਅੱਖਾਂ ਲਾਲ ਹੋ ਜਾਂਦੀਆਂ, ਕ੍ਰੋਧ ਹੋ ਜਾਂਦਾ। ਮਹਾਰਾਜ ਕਹਿੰਦੇ ਅੰਦਰ ਹੀ ਬੈਠਾ ਤੇਰੇ, ਇਹਨੂੰ ਖਤਮ ਕਰ। ਜਿਹੜਾ ਲੋਭ ਦੁਸ਼ਮਣ ਹੈ, ਮਹਾਰਾਜ ਕਹਿੰਦੇ ਇਹ ਤਾਂ ਇਹੋ ਜਿਹਾ ਭੈੜਾ ਹੈ, ਇਹ ਲੋਭਾ ਲੰਪਟ ਸੰਗ ਸਿਰ ਮੋਰ ਹੈ, ਅਨਕ ਲਹਿਰੀ ਕਲੋਲ ਤੇ। ਕਹਿੰਦੇ ਜਿਵੇਂ ਨਾ ਸਮੁੰਦਰ ਦੇ ਵਿੱਚ ਬਾਰ-ਬਾਰ ਲਹਿਰਾਂ ਉੱਠਦੀਆਂ ਆ, ਬਾਰ-ਬਾਰ ਸਾਧ ਸੰਗ ਛੱਲਾਂ ਉੱਠਦੀਆਂ ਆ। ਕਹਿੰਦੇ ਲੋਭੀ ਬੰਦੇ ਦੇ ਅੰਦਰ ਵੀ ਲਹਿਰਾਂ ਏਦਾਂ ਹੀ ਉੱਠਦੀਆਂ ਆ, ਏਦਾਂ ਹੀ ਛੱਲਾਂ ਉੱਠਦੀਆਂ। ਪਿਆ ਬੈੱਡ ਤੇ ਹੁੰਦਾ ਹੈ, ਕਰਨ ਲੱਗਿਆ ਆਰਾਮ ਹੈ, ਸੁੱਤਾ ਪਿਆ ਵੀ ਲੋਭ ਦੀਆਂ ਲਹਿਰਾਂ ਅੰਦਰ ਚੱਲੀ ਜਾਂਦੀਆਂ। ਕਹਿੰਦੇ ਸਮੁੰਦਰ ਸ਼ਾਂਤ ਨਹੀਂ ਹੁੰਦਾ, ਲੋਭ ਦਾ ਸਮੁੰਦਰ ਵੀ ਸ਼ਾਂਤ ਨਹੀਂ ਹੁੰਦਾ। ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ, ਅਨਕ ਲਹਿਰੀ ਕਲੋਲ ਤੇ ਤਬੰਤ ਜੀਆ ਬਹੁ ਪ੍ਰਸਾਦੰ, ਅਨਕ ਭਾਂਤ ਬਹੁ ਡੋਲ ਤੇ ਨਚ ਮਿੱਤਰੰ। ਕਹਿੰਦੇ ਜਿਹੜਾ ਲੋਭੀ ਹੈ ਨਾ, ਤੇ ਖਿਮਾ ਕਰਿਓ ਸਾਧ ਸੰਗਤ, ਅੱਜ ਸਾਡੇ ਸਮਾਜ ਦਾ ਇਹ ਹਾਲਾਤ ਹੈ। ਮਹਾਰਾਜ ਕਹਿੰਦੇ ਨਚ ਮਿੱਤਰੰ, ਜਿਹਦੇ ਅੰਦਰ ਲੋਭ ਆ ਗਿਆ ਉਹ ਆਪਣੇ ਮਿੱਤਰ ਨੂੰ ਵੀ ਨਹੀਂ ਬਖਸ਼ਦਾ, ਆਪਣੇ ਮਿੱਤਰ ਦੇ ਕੋਲੋਂ ਵੀ ਲੋਭ ਦਾ ਸਵਾਰਥ ਪੂਰਾ ਕਰ ਲੈਂਦਾ। ਨਚ ਮਿੱਤਰੰ ਨਚ ਇਸ਼ਟੰ। ਇਸ਼ਟ ਕਿਹਨੂੰ ਕਹਿੰਦੇ? ਇਸ਼ਟ ਕਹਿੰਦੇ ਪਰਮਾਤਮਾ ਨੂੰ, ਖੁਦਾ ਨੂੰ। ਅੱਜ ਗੁਰਦੁਆਰੇ ਵਿੱਚ ਸਾਧ ਸੰਗਤ ਜਿਹੜੀ ਗੋਲਕ ਪਈ ਹੈ, ਉਹਨੂੰ ਕਿੱਡਾ ਮੋਟਾ ਬਾਹਰਲੇ ਗੇਟ ਨਾਲੋਂ ਮੋਟਾ ਜਿੰਦਾ ਲਾਇਆ ਹੁੰਦਾ ਹੈ। ਮੰਦਿਰ ਵਿੱਚ ਗੋਲਕ ਪਈ ਹੈ, ਕਿੱਡਾ ਮੋਟਾ ਜਿੰਦਾ ਲਾਇਆ ਹੁੰਦਾ। ਜੇ ਪੁੱਛਿਆ ਜਾਵੇ ਇੱਥੇ ਕਿਹੜੇ ਪਸ਼ੂ ਨੇ ਆਣਾ, ਬੰਦੇ ਨਹੀਂ ਆਣਾ ਹੈ। ਨਮਸਕਾਰ ਕਰਨ ਬੰਦਾ ਰਿਹਾ, ਪਰ ਯਾਦ ਰੱਖਿਓ ਮਹਾਰਾਜ ਕਹਿੰਦੇ ਬੰਦਾ ਤਾਂ ਆ ਰਿਹਾ, ਪਰ ਬੰਦੇ ਵਿੱਚ ਜਿਹੜੀ ਕਰਤੂਤ ਹੈ ਪਸ਼ੂ ਦੀ ਆ ਰਹੀ ਹੈ। ਪਤਾ ਨਹੀਂ ਲੋਭੀ ਨਾ ਆ ਜਾਵੇ ਕਿਤੇ। ਜੇ ਲੋਭੀ ਆ ਗਿਆ, ਉਹਨੇ ਆਪਣੇ ਇਸ਼ਟ ਦੀ ਵੀ ਪਰਵਾਹ ਨਹੀਂ ਕਰਨੀ, ਮੋਰੇ ਗੋਲਕ ਵੀ ਤੋੜ ਕੇ ਲੈ ਜਾਣੀ। ਕਦੇ ਸੁਣਿਆ ਕਦੇ ਸੱਪ ਨੇ ਗੋਲਕ ਤੋੜੀ ਹੋਵੇ, ਕਦੇ ਸ਼ੇਰ ਨੇ ਗੋਲਕ ਕੌਣ ਤੋੜਦਾ? ਬੰਦਾ ਹੀ ਤੋੜਦਾ ਹੈ। ਮਹਾਰਾਜ ਕਹਿੰਦੇ ਆਪਣੇ ਇਸ਼ਟ ਦੀ ਵੀ ਪਰਵਾਹ ਨਹੀਂ ਕਰਦਾ। ਜਿਹਦੇ ਅੱਗੇ ਸਿਰ ਝੁਕਾਉਂਦਾ ਹੈ ਨਾ, ਮਹਾਰਾਜ ਕਹਿੰਦੇ ਲੋਭ ਦੀ ਲਹਿਰ ਜਦੋਂ ਉੱਠਦੀ ਹੈ, ਉਹਨੂੰ ਠੱਗ ਕੇ ਲੈ ਜਾਂਦਾ ਹੈ, ਉਹਦੇ ਮੋਹਰ ਤੇ ਹੀ ਸਭ ਕੁਝ ਚੁੱਕ ਕੇ ਲੈ ਜਾਂਦਾ ਹੈ। ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ, ਅਨਕ ਲਹਿਰੀ ਕਲੋਲ ਤੇ ਤਬੰਤ ਜੀਆ ਬਹੁ ਪ੍ਰਸਾਦੰ, ਅਨਕ ਭਾਂਤ ਬਹੁ ਡੋਲ ਤੇ ਨਚ ਮਿੱਤਰੰ ਨਚ ਇਸ਼ਟੰ ਨਚ ਮਾਤ ਪਿਤਾ ਤਬ ਲੱਜਿਆ। ਮਹਾਰਾਜ ਕਹਿੰਦੇ ਲੋਭ ਦੀ ਲਹਿਰ ਤਾਂ ਇਹੋ ਜਿਹੀ ਹੈ ਸਜਣਾ, ਜਦੋਂ ਲੋਭ ਦੀ ਲਹਿਰ ਉੱਠਦੀ ਹੈ ਨਾ, ਮਹਾਰਾਜ ਕਹਿੰਦੇ ਜਿਹੜੀ ਮਾਂ ਨੇ ਆਪਣੇ ਬੱਚੇ ਨੂੰ ਪਾਲਿਆ ਹੁੰਦਾ ਹੈ ਨਾ, ਜਦੋਂ ਲੋਭ ਦੀ ਲਹਿਰ ਉੱਠਦੀ ਹੈ, ਫਿਰ ਉਹੀ ਹੱਥਾਂ, ਜਿਹੜੇ ਹੱਥਾਂ ਨੂੰ ਸਾਧ ਸੰਗਤ ਮਾਂ ਨੇ ਬੜੇ ਪਿਆਰ ਦੇ ਨਾਲ ਪ੍ਰਸ਼ਾਦੇ ਰੱਖੇ, ਕਦੇ ਕਿੰਨਾ ਕੁਛ ਕੀਤਾ, ਫਿਰ ਉਹੀ ਹੱਥ ਮਾਂ ਦੇ ਗਲ ਨੂੰ ਵੀ ਪੈ ਜਾਂਦੇ ਆ। ਫਿਰ ਉਹੀ ਹੱਥ ਸਾਧ ਸੰਗਤ ਪਿਓ ਦੇ ਗਲ ਨੂੰ ਵੀ ਪੈ ਜਾਂਦੇ ਆ। ਸਤਿਗੁਰੂ ਪਾਤਸ਼ਾਹ ਜੀ ਨੇ ਮੈਂ ਬਾਰ-ਬਾਰ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋ। ਮੱਥਾ ਟੇਕਦੇ ਆ, ਮੁਬਾਰਕ ਹੈ, ਪਰ ਕੋਸ਼ਿਸ਼ ਕਰੋ ਹਰ ਇੱਕ ਬੰਦਾ ਆਪਣਾ ਸਹਿਜ ਪਾਠ ਕਰੇ। ਘਰ ਦੇ ਵਿੱਚ ਪੋਥੀਆਂ ਰੱਖੋ, ਗੁਰਬਾਣੀ ਦੀਆਂ ਅਰਥਾਂ ਸਮੇਤ ਰੱਖੋ। ਤੇ ਸਾਧ ਸੰਗਤ ਡਾਕਟਰ ਸਾਹਿਬ ਸਿੰਘ, ਪ੍ਰੋਫੈਸਰ ਸਾਹਿਬ ਸਿੰਘ, ਉਹਨਾਂ ਦਾ ਟੀਕਾ ਹੈ ਜਿਹਦੇ 10 ਭਾਗ ਹੈ, ਤੁਸੀਂ 10 ਭਾਗ ਲਓ। ਦੁਨੀਆ ਦੇ ਵਿੱਚ ਆਪਾਂ ਲੱਖਾਂ ਰੁਪਏ ਖਰਚ ਲੈਂਦੇ ਆ, 10 ਭਾਗ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਦਰਪਣ ਦੇ, ਉਹ ਸਿਰਫ 2000 ਜਾਂ ਵੱਧ ਤੋਂ ਵੱਧ 2500 ਰੁਪਏ ਦੇ ਆ। ਤੁਸੀਂ ਲਿਆ ਕੇ ਰੱਖੋ। ਤੇ ਸਾਧ ਸੰਗਤ ਪਾਠ ਕਰਨ ਲੱਗੇ ਇਹ ਗੱਲ ਯਾਦ ਰੱਖਿਓ, ਸਾਡੇ ਮਗਰ ਕਾਲ ਨਹੀਂ, ਪੂਰੀ ਜ਼ਿੰਦਗੀ 'ਚ ਇੱਕੋ ਹੀ ਸਹਿਜ ਪਾਠ ਕਰਨਾ ਹੈ। ਤੇ ਜਦੋਂ ਤੁਸੀਂ ਕਰੋਗੇ ਨਾ ਅਰਥਾਂ ਸਮੇਤ, ਫਿਰ ਪਤਾ ਲੱਗੂ ਵੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਕਿੰਨੇ ਕੁ ਅਮੋਲਕ ਹੈ, ਕਿੰਨੇ ਕੁ ਕੀਮਤੀ ਹੈ।
ਮਹਾਰਾਜ ਕਹਿੰਦੇ ਲੋਭ ਦੀ ਲਹਿਰ ਹੋ ਜਾਈ ਹੈ, ਇਹ ਤਾਂ ਆਪਣੇ ਮਾਂ ਪਿਓ ਨੂੰ ਵੀ ਨਹੀਂ ਛੱਡਦੀ। ਇਸ ਕਰਕੇ ਮਹਾਰਾਜ ਕਹਿੰਦੇ ਅੰਦਰਲੇ ਜਿਹੜੇ ਵਿਕਾਰ ਹੈ ਇਹਨਾਂ ਨੂੰ ਖਤਮ ਕਰ ਦੇ, ਇਹਨਾਂ ਨੂੰ ਖਤਮ ਕਰਕੇ ਮਹਾਰਾਜ ਕਹਿੰਦੇ ਗੁਰੂ ਚਰਨਾਂ ਵਿੱਚ ਪ੍ਰਵਾਨ ਹੋ ਜਾ। ਤੇ ਸਾਧ ਸੰਗਤ ਅੰਮ੍ਰਿਤ ਵੇਲੇ ਦਾ ਉੱਠਣਾ ਇਹ ਸਾਡੇ ਲਈ ਬੜਾ ਜ਼ਰੂਰੀ ਹੈ। ਤੇ ਜਦੋਂ ਆਪਾਂ ਗੁਰੂ ਅੱਗੇ ਭੇਟਾ ਦੀ ਗੱਲ ਕਰਦੇ ਆ ਨਾ, ਤੇ ਸਾਧ ਸੰਗਤ ਰੋਜ਼ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ। ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਸਾਚੇ ਸਾਹਿਬਾ ਕਿਆ ਨਾਹੀ। ਵਾਹਿਗੁਰੂ ਜੀ ਪਾਤਸ਼ਾਹ ਜੀ ਆਖਦੇ ਨੇ, ਗੁਰੂ ਨਾਨਕ ਦੇਵ ਮਹਾਰਾਜ ਆਖਦੇ ਨੇ, ਕਹਿੰਦੇ ਐ ਅਕਾਲ ਪੁਰਖ ਵਾਹਿਗੁਰੂ, ਮੈਂ ਮੂੰਹ ਤੋਂ ਕਿਹੜਾ ਬੋਲ ਬੋਲਾਂ ਜਿਹਦੇ ਨਾਲ ਮੇਰੀ ਤੇਰੀ ਪ੍ਰੀਤ ਬਣ ਜਾਵੇ। ਮੈਂ ਤੇਰੇ ਅੱਗੇ ਕਿਹੜੀ ਭੇਟਾ ਰੱਖਾਂ ਜਿਹਦੇ ਨਾਲ ਮੈਂ ਤੇਰੇ ਦਰ ਤੇ ਪ੍ਰਵਾਨ ਹੋ ਜਾਵਾਂ। ਪਾਤਸ਼ਾਹ ਜੀ ਆਖਦੇ ਨੇ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਐ ਮਾਲਕ ਜੀ ਮੈਂ ਆਪਣੀ ਜ਼ੁਬਾਨ ਤੋਂ ਕੀ ਬੋਲ ਦਵਾਂ ਜਿਹਦੇ ਨਾਲ ਤੇਰੀ ਮੇਰੀ ਸਾਂਝ ਬਣ ਜਾਵੇ। ਹੁਣ ਆਮ ਦੁਨੀਆ ਵਿੱਚ ਸਾਂਝ ਬਣਾਣੀ ਹੋਵੇ ਮਿੱਠਾ ਬੋਲਣਾ ਪੈਂਦਾ ਨਾ ਜੀ। ਜਦੋਂ ਆਪਾਂ ਕਿਸੇ ਨਾਲ ਮਿੱਠ ਬੋਲਣਾ ਰਹਾਂਗੇ ਤੇ ਸਾਧ ਸੰਗਤ ਸਾਡਾ ਪਿਆਰ ਬਣ ਜਾਂਦਾ, ਸਾਂਝ ਬਣ ਜਾਂਦੀ। ਮਹਾਰਾਜ ਕਹਿੰਦੇ ਗੁਰੂ ਦੇ ਕੋਲ ਆ ਕੇ ਵੀ ਨਿਮਰਤਾ ਦੇ ਵਿੱਚ ਮਹਾਰਾਜ ਕਹਿੰਦੇ ਗੁਰਬਾਣੀ ਨਾਲ ਜੁੜ। ਮੋਹ ਕੇ ਬੋਲਣ ਬੋਲੀਐ ਜੇ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਪਾਤਸ਼ਾਹ ਜੀ ਆਖਣ ਕਹਿੰਦੇ ਅੰਮ੍ਰਿਤ ਵੇਲੇ ਦਾ ਉੱਠਣਾ ਤੇ ਯਾਦ ਰੱਖਿਓ ਪਰਮਾਤਮਾ ਦੀ ਵਡਿਆਈ ਕਰਨੀ ਤੇ ਪਰਮਾਤਮਾ ਦੇ ਸ਼ਬਦ ਦੀ ਵਿਚਾਰ ਕਰਨੀ। ਮਹਾਰਾਜ ਕਹਿੰਦੇ ਇਹ ਭੇਟਾ ਗੁਰੂ ਅੱਗੇ ਰੱਖ ਦੇ, ਤੇਰੀ ਇਹ ਭੇਟਾ ਪ੍ਰਵਾਨ ਹੈ। ਇਸੇ ਕਰਕੇ ਪਾਤਸ਼ਾਹ ਨੇ ਬੋਲ ਕੇ ਆਖ ਦਿੱਤਾ ਡਿਠੈ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਮਹਾਰਾਜ ਕਹਿੰਦੇ ਆਪਣੀ ਮੁਕਤੀ ਚਾਹਨਾ ਸ਼ਬਦ ਦੀ ਵਿਚਾਰ ਦੇ ਨਾਲ ਜੁੜ। ਇੰਨੀ ਕੁ ਬੇਨਤੀ ਪ੍ਰਵਾਨ ਕਰਨੀ। ਆਪ ਸਮੂਹ ਸੰਗਤ ਦਾ ਸਾਰਿਆਂ ਦਾ ਧੰਨਵਾਦ। ਬੜੀ ਇਕਾਗਰਤਾ ਸਹਿਤ ਆਪ ਜੀ ਨੇ ਗੁਰੂ ਕੇ ਸ਼ਬਦ ਨੂੰ, ਗੁਰੂ ਕੀ ਵਿਚਾਰ ਨੂੰ ਸ਼ਰਵਣ ਕੀਤਾ ਹੈ। ਤੇ ਸਾਧ ਸੰਗਤ ਸਾਰੀ ਗੱਲ ਗੁਰਬਾਣੀ ਦੀ ਹੈ, ਭੁੱਲਾਂ ਮੇਰੀਆਂ ਆ। ਤੇ ਸਾਧ ਸੰਗਤ ਗੁਰੂ ਕੇ ਬਚਨ ਨੂੰ ਆਪਣੇ ਹਿਰਦੇ ਅੰਦਰ ਵਸਾਇਓ। ਤੇ ਪਰਿਵਾਰ ਦਾ ਸਮੂਹ ਚਾਨਣਾ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਹੈ। ਧੰਨਵਾਦ ਹੈ ਸਰਦਾਰ ਗੁਰਬਖਸ਼ ਸਿੰਘ ਜੀ ਜਿਨ੍ਹਾਂ ਨੇ ਸਾਧ ਸੰਗਤ ਆਪ ਸਮੂਹ ਸਾਧ ਸੰਗਤ ਦਰਸ਼ਨ ਕਰਾਇਆ। ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਆਪਣੀ ਹਜ਼ੂਰੀ ਵਿੱਚ ਗੋਦ ਵਿੱਚ ਬਿਠਾ ਕੇ ਗੁਰਮਤਿ ਵਿਚਾਰਾ ਕਰਨ ਦੀ ਇਹ ਅਸੀਂ ਸੋਝੀ ਬਖਸ਼ੀ ਹੈ ਜੀ। ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ। ਤੇ ਸਾਧ ਸੰਗਤ ਜਿਹੜਾ ਮੇਰੀ ਸੇਵਾ ਹੈ ਅਠੌਲੀ ਨਗਰ ਦੇ ਵਿੱਚ ਆਪ ਜੀ ਨਜ਼ਦੀਕ ਹੈ, ਕਿਤੇ ਸੇਵਾ ਲੈਣੀ ਹੋਵੇ ਸਾਧ ਸੰਗਤ ਪ੍ਰਚਾਰ ਦੀ ਆਪ ਜੀ ਬੇਝਿਜਕ ਹੋ ਕੇ ਜਦੋਂ ਮਰਜੀ ਆਪ ਜੀ ਦੱਸ ਸਕਦੇ ਹੋ। ਤੇ ਸਾਧ ਸੰਗਤ ਗੁਰੂ ਕਿਰਪਾ ਕਰੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹਾਂਗੇ ਜੀ। ਭੁੱਲ ਚੁੱਕ ਦੀ ਖਿਮਾ ਕਰਨੀ। ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।